वाहिगुरु जी का खालसा वाहिगुरु जी परम सन्मानयोग जुगो जुग टल शब्द अवतार शांति के पुंज अमृत दे सोमे ज्ञान के महान सागर दसां पातशाहियां दी आदत जोत श्री गुरु ग्रंथ साहिब जी महाराज जी की पावन पवित्र हजूरी विखे जुड़ी सरबत संगत माई पर आओ सारे रल मिल के रोजाना की तरह गुरबाणी की अमृत विचार सांझी करने की कोशिश करिए। गुरबाणी की पाक पवित्र विचार सरवण करने तो पहला आओ सारे एक बारी एकाग्रचित हो के आखिए सतनाम। विचार लई बाणी का मूल पाठ इस प्रकार है। वाहिगुरु जी बिलावल महला तीजा वार सत कर दसमा एक ओंकार सतगुर प्रसाद सतगुर सेवे सेवट भागी ओ मैं मार साच लिब लागी। सतगुर सेवे सेवट भागी ओ मैं मार सच लिब लागी। तेरे रंग राते सहज सुभाए तू सुख दाता लहे मिलाए। एक कस्ते दूजा नहीं कोए गुरमुख बूझे सोजी होए। 15 तिथि तै सतवार महारुति आवें बार बार। दिन सुरैन तीवै संसार आवागौण किया करतार। निश्चल साच रहा कल तार। नानक गुरमुख बूझै को शब्द विचार। नानक गुरमुख बूझै को शब्द विचार। वाहिगुरु जी का खालसा वाहिगुरु जी परम सन्मानयोग सतगुरु जी के पावन पवित्र चरण कमलों विखे विराजमान सुशोभत शोभाईमान सत्कारयोग सरबत संगत माई भाई। ये पावन पवित्र बाणी जो हुणे पढ़ी गई है ते आप सारे बहुत ही ध्यान नाल एकाग्रचित हो के इस बाणी सुनिया है सरवण किया है। आप सारिया संगतां दा तय दिलों धन्यवाद है, कोटन कोट धन्यवाद है। बिलावल महला तीजा वार सत घर दसवां एक ओंकार सतगुर प्रसाद। इस सरलेख हेठ राग बिलावल विच असीं श्री गुरु अमरदास जी महाराज जी की महले तीजे की बाणी पढ़ रहे हाँ। वार सत
ਜਿਸ ਨੂੰ ਹਦਾਇਤ ਕੀਤੀ ਹੋਈ ਹੈ ਕਿ ਇਸ ਬਾਣੀ ਨੂੰ ਸੰਗੀਤ ਦੇ 10ਵੇਂ ਘਰ ਦੇ ਵਿੱਚ ਗਾਉਣਾ ਹੈ। ਇਸ ਸਰਲੇਖ ਦੇ ਅਧੀਨ ਸ੍ਰੀ ਗੁਰੂ ਅਮਰਦਾਸ ਜੀ ਮਹਾਰਾਜ ਜੀ ਨੇ ਸਾਨੂੰ ਦਿਨਾਂ ਦੇ ਹਿਸਾਬ ਦੇ ਨਾਲ ਉਪਦੇਸ਼ ਬਖਸ਼ਿਸ਼ ਕੀਤਾ ਹੈ। ਐਤਵਾਰ ਨੂੰ ਸਾਨੂੰ ਉਪਦੇਸ਼ ਦਿੱਤਾ ਹੈ, ਆਦਿਤਵਾਰ ਆਦਿ ਪੁਰਖ ਹੈ ਸੋਈ। ਭਈ ਅਕਾਲ ਪੁਰਖ ਵਾਹਿਗੁਰੂ ਹੀ ਆਦਿ ਪੁਰਖ ਹੈ। ਆਦਿ ਪੁਰਖ ਆਪੇ ਵਰਤੈ ਅਵਰ ਨਾ ਕੋਈ। ਇਹ ਗੱਲ ਸਾਨੂੰ ਸਤਿਗੁਰੂ ਜੀ ਨੇ ਆਦਿਤਵਾਰ ਦੇ ਵਿਸ਼ੇ ਤੇ ਦੱਸੀ। ਫਿਰ ਮੰਗਲਵਾਰ ਦੀ ਗੱਲ ਕੀਤੀ ਹੈ, ਸੋਮਵਾਰ ਦੀ ਮਾਫ ਕਰ। ਸੋਮਵਾਰ ਸੱਚ ਰਿਹਾ ਸਮਾਏ। ਉਹ ਸੱਚਾ ਪਰਮਾਤਮਾ ਸਾਰਿਆਂ ਵਿੱਚ ਸਮਾਇਆ ਹੋਇਆ, ਤਿਸ ਕੀ ਕੀਮਤ ਕਹੀ ਨਾ ਜਾਏ। ਉਸ ਦੀ ਕੀਮਤ ਨਹੀਂ ਕਹੀ ਜਾ ਸਕਦੀ। ਫਿਰ ਮੰਗਲਵਾਰ, ਮੰਗਲ ਮਾਇਆ ਮੋਹ ਉਪਾਇਆ, ਆਪੇ ਸਿਰ ਸਿਰ ਧੰਤੇ ਲਾਇਆ। ਪਰਮਾਤਮਾ ਨੇ ਆਪ ਹੀ ਮਾਇਆ ਅਤੇ ਮੋਹ ਪੈਦਾ ਕੀਤਾ ਹੋਇਆ ਹੈ, ਉਪਾਇਆ ਹੋਇਆ ਹੈ, ਤੇ ਆਪ ਹੀ ਸਾਰੀਆਂ ਜੀਵਾਂ ਨੂੰ ਧੰਦੇ ਵਿੱਚ ਲਾਇਆ ਹੋਇਆ। ਉਸ ਤੋਂ ਮਗਰੋਂ ਆ ਗਿਆ ਬੁੱਧਵਾਰ। ਬੁੱਧਵਾਰ ਆਪੇ ਬੁੱਧ ਸਾਰ, ਸ੍ਰੇਸ਼ਟ ਬੁੱਧੀ ਦੇਣ ਵਾਲਾ ਪਰਮਾਤਮਾ ਆਪ ਹੀ ਹੈ। ਉਹ ਹੀ ਜੀਵ ਨੂੰ ਚੰਗੀ ਅਕਲ ਦਿੰਦਾ ਹੈ, ਉੱਤਮ ਅਕਲ ਪ੍ਰਦਾਨ ਕਰਦਾ ਹੈ। ਤੇ ਅੱਗੇ ਆ ਗਿਆ ਹੈ ਵੀਰਵਾਰ। ਵੀਰਵਾਰ ਵੀਰ ਭਰਮ ਭੁਲਾਏ, ਪ੍ਰੇਤ ਭੂਤ ਸਭ ਦੂਜੇ ਲਾਏ। ਨੌ ਨਾਥ 84 ਸਿੱਧ 52 ਵੀਰ ਭੂਤ ਪ੍ਰੇਤ ਸਾਰੇ ਦਵੈਸ ਭਾਵਨਾ ਵਿੱਚ ਲੱਗੇ ਹੋਏ ਆ, ਭਟਕੇ ਹੋਏ ਆ। ਸ਼ੁੱਕਰਵਾਰ ਪ੍ਰਭ ਰਿਹਾ ਸਮਾਈ। ਪ੍ਰਭੂ ਜੀ ਸਾਰੇ ਵਿੱਚ ਸਮਾਇਆ ਹੋਇਆ। ਸ਼ਨੀਚਰਵਾਰ, ਸ਼ਨੀਚਰਵਾਰ ਸੌਣ ਸਾਸਤ ਵਿਚਾਰ, ਹਉਮੈ ਮੇਰਾ ਭਰਮੈ ਸੰਸਾਰ। ਸੰਸਾਰ ਜਿਹੜਾ ਹੈ ਭਰਮ ਦੇ ਵਿੱਚ ਪਿਆ ਹੋਇਆ ਹੈ, ਹਉਮੈ ਮੇਰੇ ਦੇ ਚੱਕਰ ਵਿੱਚ ਪਿਆ ਹੋਇਆ ਹੈ, ਸੌਣ ਸ਼ਾਸਤਰਾਂ ਦੇ ਚੱਕਰ ਵਿੱਚ ਪਿਆ ਹੋਇਆ ਹੈ। ਪੁੱਛਾਂ ਲੈਂਦਾ ਹੈ, ਮਹੂਰਤਾਂ ਕਢਾਉਂਦਾ ਹੈ, ਕਦੇ ਸੋਚਦਾ ਹੈ ਫਲਾਣਾ ਦਿਨ ਚੰਗਾ ਹੈ, ਕਦੇ ਕਹਿੰਦਾ ਹੈ ਫਲਾਣਾ ਮਹੀਨਾ ਚੰਗਾ ਹੈ, ਕਦੇ ਕਹਿੰਦਾ ਹੈ ਫਲਾਣਾ ਵਕਤ ਚੰਗਾ ਹੈ। ਬਸ ਇਸ ਚੱਕਰ ਵਿੱਚ ਉਲਝਿਆ ਹੋਇਆ। 7 ਦਿਨਾਂ ਵਿੱਚ ਸਤਿਗੁਰੂ ਜੀ ਨੇ ਸਾਨੂੰ ਉਪਦੇਸ਼ ਦਿੱਤਾ। ਹੁਣ ਇਹਦਾ ਨਿਚੋੜ ਕੀ ਨਿਕਲਿਆ? ਹੁਣ ਨਿਚੋੜ ਦੇਖਦੇ ਹਾਂ ਕੀ ਹੈ। ਸਤਿਗੁਰ ਸੇਵੇਂ ਸੇਵੜ ਭਾਗੀ। ਭਾਈ ਜਿਹੜੇ ਸਤਿਗੁਰੂ ਜੀ ਨੂੰ ਸੇਵਦੇ ਹਨ ਨਾ, ਉਹ ਵੱਡੇ ਭਾਗਾਂ ਵਾਲੇ ਹੁੰਦੇ ਆ। ਜਿਹੜੇ ਸਤਿਗੁਰੂ ਜੀ ਨੂੰ ਸੇਵਦੇ, ਸੇਵਦੇ ਤੋਂ ਭਾਵ ਕੀ ਹੁੰਦਾ ਹੈ? ਬਈ ਜਿਹੜੇ ਸਤਿਗੁਰੂ ਜੀ ਦੀ ਬਾਣੀ ਨੂੰ ਪੜ੍ਹਦੇ ਹਨ, ਬਾਣੀ ਨੂੰ ਸੁਣਦੇ ਹਨ, ਬਾਣੀ ਨੂੰ ਵਿਚਾਰਦੇ ਹਨ,
ਬਾਣੀ ਦੇ ਅਮਲ ਕਰਦੇ ਹਨ, ਸਿਮਰਨ ਕਰਦੇ ਹਨ, ਸੇਵਾ ਕਰਦੇ ਹਨ, ਵੰਡ ਕੇ ਛਕਦੇ ਹਨ ਤੇ ਪਹਿਲਾਂ ਕੀਰਤ ਕਰਦੇ ਹਨ। ਉਹ ਵੱਡੇ ਭਾਗਾਂ ਵਾਲੇ, ਵੱਡੇ ਭਾਗਾਂ ਵਾਲੇ ਉਹ ਇਸ ਕਰਕੇ ਹਨ ਕਿਉਂਕਿ ਉਹ ਕਿਸੇ ਵੀ ਸੌਣ ਸ਼ਾਸਤਰ ਦੇ ਚੱਕਰ ਵਿੱਚ ਪੈਂਦੇ ਹੀ ਨਹੀਂ। ਨਾ ਉਹਨਾਂ ਨੂੰ ਮਹੀਨਿਆਂ ਦਾ ਕੋਈ ਚੱਕਰ ਹੈ, ਬਈ ਕਿਹੜਾ ਮਹੀਨਾ ਚੰਗਾ ਹੈ ਕਿਹੜਾ ਮਾੜਾ ਹੈ। ਨਾ ਉਹਨਾਂ ਨੂੰ ਤਿਥਾਂ ਦਾ ਕੋਈ ਚੱਕਰ ਹੈ, ਬਈ ਅੱਜ ਪੰਚਮੀ ਹੈ, ਅੱਜ ਪੂਰਨਮਾਸੀ ਹੈ, ਅੱਜ ਸੰਕਰਾਂਤ ਹੈ। ਉਹ ਇਸ ਚੱਕਰ ਤੋਂ ਉੱਪਰ ਹਨ। ਤੋ ਉਹ ਇਸ ਚੱਕਰ ਤੋਂ ਵੀ ਉੱਪਰ ਹਨ ਕਿ ਅੱਜ ਦਿਨ ਕਿਹੜਾ ਹੈ, ਐਤਵਾਰ ਹੈ, ਬੁੱਧਵਾਰ ਹੈ, ਸੋਮਵਾਰ ਹੈ, ਕਿਹੜਾ ਚੰਗਾ ਹੈ ਕਿਹੜਾ ਮੰਦਾ ਹੈ, ਇਸ ਕਹਾਣੀ ਤੋਂ ਉੱਪਰ। ਹੁਣ ਆਪਾਂ ਨੇ ਆਪਣੇ ਵੱਲ ਝਾਤ ਮਾਰ ਕੇ ਦੇਖਣਾ ਕਿ ਕੀ ਅਸੀਂ ਇਹਨਾਂ ਚੱਕਰਾਂ ਵਿੱਚ ਆਪ ਤਾਂ ਨਹੀਂ ਫਸੇ ਹੋਏ। ਆਪਣੇ ਆਪ ਤੇ ਸਵਾਲ ਕਰਨਾ ਚਾਹੀਦਾ ਹੈ ਨਾ। ਭਾਈ ਬਾਣੀ ਤਾਂ ਆਪਾਂ ਨੇ ਪੜ੍ਹ ਲਈ, ਉਹ ਵੀ ਹੁਣ ਪੜ੍ਹੀ ਹੈ। ਆਮ ਤੌਰ ਤੇ ਤਾਂ ਬਾਣੀ ਜਿਹੜੀ ਹੈ ਨਾ, ਦੇਖੋ ਸਾਨੂੰ 5 ਬਾਣੀਆਂ ਦਾ ਸਾਰਿਆਂ ਨੂੰ ਪਤਾ ਹੈ। ਬਈ 5 ਬਾਣੀਆਂ ਦਾ ਪਾਠ ਹੁੰਦਾ ਹੈ, 5 ਬਾਣੀਆਂ ਦਾ ਅਸੀਂ ਰੋਜ਼ ਪਾਠ ਕਰਦੇ ਹਾਂ। ਜਪਜੀ ਸਾਹਿਬ ਜੀ ਹੈ, ਜਾਪ ਸਾਹਿਬ ਹੈ, ਸਬਈਏ ਹਨ, ਚੌਪਈ ਹੈ ਤੇ ਆਨੰਦ ਸਾਹਿਬ ਹੈ। ਸ਼ਾਮ ਨੂੰ ਅਸੀਂ ਰਹਿਰਾਸ ਦਾ ਪਾਠ ਕਰਦੇ ਹਾਂ। ਫਿਰ ਸੌਣ ਲੱਗਿਆ ਅਸੀਂ ਸੋਹਲੇ ਦਾ ਪਾਠ ਕਰਦੇ, ਜਾਂ ਫਿਰ ਜਦੋਂ ਅਸੀਂ ਗੁਰਦੁਆਰੇ ਹੁੰਦੇ ਹਾਂ, ਇੱਥੇ ਆਸਾ ਦੀ ਵਾਰ ਦਾ ਕੀਰਤਨ ਹੁੰਦਾ ਹੈ, ਸਾਨੂੰ ਇਹ ਵੀ ਪਤਾ ਲੱਗ ਗਿਆ ਕਿ ਆਸਾ ਦੀ ਵਾਰ ਵੀ ਹੈ। ਤੇ ਆਮ ਤੌਰ ਤੇ ਸੁਖਮਨੀ ਸਾਹਿਬ ਜੀ ਦੀ ਬਾਣੀ ਬੜੀ ਪ੍ਰਚਲਿਤ ਹੈ। ਬੱਚਾ ਜਾਣਦਾ ਹੈ ਕਿ ਗੁਰੂ ਗ੍ਰੰਥ ਸਾਹਿਬ ਵਿੱਚ ਸੁਖਮਨੀ ਸਾਹਿਬ ਵਿੱਚ ਵੀ ਦੀ ਬਾਣੀ ਹੈ, ਬਹੁਤ ਹੀ ਵਧੀਆ ਹੈ, ਕਲਿਆਣਕਾਰੀ ਹੈ ਉਹ। ਬਸ ਇਸ ਤੋਂ ਵੱਧ ਸਾਨੂੰ ਹੋਰ ਕੋਈ ਵੀ ਜਾਣਕਾਰੀ ਨਹੀਂ। ਕਿਉਂ ਨਹੀਂ ਹੈ? ਕਿਉਂਕਿ ਬਾਕੀ ਸਾਰਾ ਗੁਰੂ ਗ੍ਰੰਥ ਸਾਹਿਬ ਜੀ ਦੀ ਬਾਣੀ ਰੋਜ਼ ਥੋੜਾ ਕਿਤੇ ਪੜ੍ਹੀ ਜਾਂਦੀ ਹੈ। ਨਿਤਨੇਮ ਤਾਂ ਰੋਜ਼ ਕੀਤਾ ਜਾਂਦਾ ਹੈ, ਆਸਾ ਦੀ ਵਾਰ ਦਾ ਵੀ ਕੀਰਤਨ ਰੋਜ਼ ਹੁੰਦਾ ਹੈ, ਸੁਖਮਨੀ ਸਾਹਿਬ ਜੀ ਦਾ ਪਾਠ ਰੋਜ਼ ਹੁੰਦਾ ਹੈ, ਰਹਿਰਾਸ ਦਾ ਵੀ ਪਾਠ ਰੋਜ਼ ਹੁੰਦਾ ਹੈ, ਸੋਹਲੇ ਦਾ ਵੀ ਪਾਠ ਰੋਜ਼ ਕਰਦੇ ਹਾਂ। ਕੋਈ ਬਾਕੀ ਬਾਣੀ ਦਾ ਤਾਂ ਪਤਾ ਨਹੀਂ। ਫਿਰ ਇਹ ਕਿਵੇਂ ਪਤਾ ਲੱਗੇ? ਬਈ ਇਹਦੇ ਲਈ ਤਾਂ ਆਪ ਹੀ ਕਸ਼ਟ ਕਰਨਾ ਪੈਣਾ ਹੈ। ਕਿਉਂਕਿ ਜੇਕਰ ਅਸੀਂ ਘਰਾਂ ਦੇ ਵਿੱਚ ਕਿਸੇ ਤੋਂ ਪਾਠੀ ਤੋਂ ਪਾਠ ਰਖਾ ਲੈਂਦੇ ਹਾਂ, ਅਖੰਡ ਪਾਠ ਜਾਂ ਸਹਿਜ ਪਾਠ, ਸਾਡਾ ਉਹਦੇ ਨਾਲ ਟਾਈਮ ਹੀ ਮੈਚ ਨਹੀਂ ਕਰਦਾ। ਉਹ ਕਦੇ ਆਉਂਦਾ ਹੈ, ਅਸੀਂ ਕਿਸੇ ਸਮੇਂ ਵਿਹਲੇ ਹੁੰਦੇ ਹਾਂ ਤੇ ਉਹ ਪਾਠ ਕਰਕੇ ਚਲਾ ਜਾਂਦਾ ਹੈ, ਸਾਡੇ ਕੱਖ ਨਹੀਂ ਪੱਲੇ। ਸਾਨੂੰ ਉਦੋਂ ਹੀ ਪਤਾ ਲੱਗਦਾ ਹੈ ਜਦੋਂ 9ਵੇਂ ਮਹੱਲੇ ਦੇ ਸ਼ਲੋਕ ਪੜ੍ਹੇ ਜਾਂਦੇ ਹਨ, ਗੁਣ ਗੋਬਿੰਦ ਗਾਇਓ ਨਹੀਂ ਜਨਮ ਅਕਾਲਤ ਕੀ। ਜਾਂ ਫਿਰ ਜਦੋਂ ਰਾਗਮਾਲਾ ਪੜ੍ਹੀ ਜਾਂਦੀ ਹੈ, 18, 10, 20 ਹੁੰਦਾ ਹੈ, ਉਦੋਂ ਪਤਾ ਲੱਗਦਾ ਹੈ ਪਾਠ ਦਾ ਭੋਗ ਤਾਂ ਪੈ ਗਿਆ। ਇਸ ਤੋਂ ਵੱਧ ਸਾਡੇ ਕੋਲ ਕੋਈ ਨੌਲੇਜ ਨਹੀਂ। ਇਸ ਲਈ ਜ਼ਰੂਰੀ ਹੈ ਕਿ ਹਰ ਇੱਕ ਪ੍ਰਾਣੀ ਜਿਹੜਾ ਪੜ੍ਹਿਆ ਲਿਖਿਆ ਹੈ ਉਹ ਆਪਣਾ ਸਹਿਜ ਪਾਠ ਆਪ ਕਰੇ। ਜੇ ਇੱਥੋਂ ਪੋਥੀ ਨਹੀਂ ਲੈਣੀ, ਗ੍ਰੰਥੀ ਨਹੀਂ ਲੈਣੀ, ਤਾਂ ਅੱਜ ਕੱਲ੍ਹ ਤਾਂ ਮੋਬਾਈਲ ਦੇ ਵਿੱਚ ਜੋ ਮਰਜ਼ੀ ਕੱਢ ਲਓ ਤੁਸੀਂ। ਸਾਰੇ ਗੁਰੂ ਗ੍ਰੰਥ ਸਾਹਿਬ ਜੀ ਦੀ ਬਾਣੀ ਇੰਟਰਨੈਟ ਤੇ ਮੌਜੂਦ ਹੈ, ਜਦ ਮਰਜ਼ੀ ਕੱਢੋ ਤੇ ਪੜ੍ਹੋ। ਅਰਥ ਸਮਝਣੇ ਅਰਥ ਵੀ ਸਮਝ ਲਓ, ਐਨ ਧਿਆਨ ਨਾਲ ਰੁਕ ਰੁਕ ਕੇ ਪੜ੍ਹੋ, ਆਰਾਮ ਨਾਲ, ਚਾਹੇ ਸਾਲ ਵਿੱਚ ਭੋਗ ਪਵੇ।
ਘੱਟੋ ਘੱਟ ਸਾਨੂੰ ਪਤਾ ਤਾਂ ਲੱਗੇ ਕਿ ਗੁਰਬਾਣੀ ਵਿੱਚ ਕੀ ਲਿਖਿਆ ਹੈ, ਕੀ ਉਪਦੇਸ਼ ਹੈ। ਇਹ ਤਾਂ ਹੀ ਹੋਏਗਾ ਜੇ ਅਸੀਂ ਇਸ ਪਾਸੇ ਆਪ ਆਵਾਂਗੇ। ਹੋਰ ਸਾਨੂੰ ਕਿਸੇ ਨੇ ਕੁਝ ਨਹੀਂ ਦੱਸਣਾ। ਸਾਰਿਆਂ ਨੇ ਆਪੋ ਆਪਣੀ ਡਫਲੀ ਬਣਾ ਕੇ ਲੰਘ ਜਾਣਾ ਹੈ। ਭਾਈ ਇਹ ਕੰਮ ਸਾਡਾ ਹੈ, ਸਾਨੂੰ ਆਪ ਹੀ ਕਰਨਾ ਪਏਗਾ। ਆਪ ਹੀ ਕਿਰਤ ਕਰਨੀ ਪੈਣੀ ਹੈ, ਆਪ ਹੀ ਨਾਮ ਜਪਣਾ ਪੈਣਾ ਹੈ, ਆਪ ਹੀ ਵੰਡ ਕੇ ਛਕਣਾ ਪੈਣਾ ਹੈ, ਤੇ ਆਪ ਹੀ ਗੁਰਬਾਣੀ ਦੀ ਖੋਜ ਕਰਨੀ ਪੈਣੀ ਹੈ। ਆਪ ਹੀ ਵਿਚਾਰ ਕਰਨਾ ਪੈਣੀ ਹੈ। ਕਿਹੜਾ ਕਥਾਵਾਚਕ ਰੋਜ਼ ਆ ਕੇ ਤੁਹਾਨੂੰ ਕਥਾ ਸੁਣਾਈ ਜਾਏਗਾ? ਕੋਈ ਨਹੀਂ ਹੈ। ਸਾਨੂੰ ਕਿਸੇ ਕਥਾਵਾਚਕ ਦੀ ਲੋੜ ਹੀ ਨਾ ਪਏ। ਅਸੀਂ ਸਾਰੇ ਤਾਂ ਪੜ੍ਹੇ ਲਿਖੇ ਹਾਂ, ਸਾਨੂੰ ਕੀ ਨਹੀਂ ਪਤਾ ਦੁਨੀਆ ਦੀ ਗੱਲ ਦਾ। ਫਿਰ ਅਸੀਂ ਗੁਰਬਾਣੀ ਬਾਰੇ ਵੀ ਪੜ੍ਹ ਸਕਦੇ ਹਾਂ, ਕੋਈ ਔਖਾ ਕੰਮ ਨਹੀਂ ਹੈ। ਆਓ ਅੱਜ ਤੋਂ ਨਾ ਇਹ ਕਾਰਜ ਸ਼ੁਰੂ ਕਰ ਦਈਏ, ਕਿਉਂਕਿ ਦਿਨ ਬੀਤਦੇ ਬੀਤੀ ਜਾਂਦੇ ਹਨ। ਅੱਜ ਕਰਾਂਗਾ, ਕੱਲ ਕਰਾਂਗਾ, ਅੱਜ ਕਰਾਂਗਾ, ਕੱਲ ਕਰਾਂਗਾ। ਇਸ ਤਰ੍ਹਾਂ ਕਰਦਿਆਂ ਅਸੀਂ ਤਾਂ 65-70 ਸਾਲ ਦੇ ਹੋ। ਅਜਿਹੋ ਸਮਝ ਕੁਛ ਵਿਗੜਿਓ ਨਾ। ਹੁਣ ਵੀ ਸਮਝ ਲਿਆ ਜਾਵੇ, ਅਜੇ ਵੀ ਕੁਛ ਨਹੀਂ ਵਿਗੜਿਆ। ਡੋਲਿਆਂ ਬੇਰਾਂ ਦਾ। ਤਾਂ ਆਓ ਅੱਜ ਆਪਾਂ ਵਿਚਾਰ ਕਰੀਏ, ਸਤਿਗੁਰ ਸੇਵੇਂ ਸੇਵੜ ਭਾਗੀ। ਭਾਈ ਜਿਹੜੇ ਗੁਰੂ ਕੇ ਪਿਆਰੇ ਰੋਜ਼ਾਨਾ ਹੀ ਬਾਣੀ ਪੜ੍ਹਦੇ ਹਨ, ਬਾਣੀ ਸੁਣਦੇ ਹਨ, ਬਾਣੀ ਗਾਉਂਦੇ ਹਨ, ਬਾਣੀ ਵਿਚਾਰਦੇ ਹਨ, ਬਾਣੀ ਤੇ ਅਮਲ ਕਰਦੇ ਹਨ, ਉਹ ਵੱਡੇ ਭਾਗਾਂ ਵਾਲੇ। ਉਹ ਹੋਰ ਕਿਸੇ ਵੀ ਵਹਿਮ ਭਰਮ ਪਖੰਡ ਦੇ ਚੱਕਰ ਵਿੱਚ ਨਹੀਂ ਪੈਂਦੇ। ਉਹਨਾਂ ਦੀ ਲੀਵ ਜਿਹੜੀ ਹੈ ਹਮੇਸ਼ਾ ਹੀ ਸ਼ਬਦ ਵਿੱਚ ਲੱਗੀ ਰਹਿੰਦੀ ਹੈ। ਉਠਤ ਬੈਠਤ ਸੋਬਤ ਜਾਗਤ, ਇਹ ਮਨ ਤੁਝੇ ਚਿਤਾਰੇ। ਉਹਨਾਂ ਨੇ ਸਿਮਰਨ ਕਰ ਕਰਕੇ ਨਾਮ ਜਪ ਕੇ ਆਪਣੇ ਅੰਦਰੋਂ ਹਉਮੈ ਦੀ ਜਿਹੜੀ ਮੈਲ ਹੈ ਉਹ ਦੂਰ ਕਰ ਲਈ। ਹਉਮੈ, ਜਿਹੜੀ ਹਉਮੈ ਹੈ ਨਾ, ਮਨੁੱਖ ਨੂੰ ਕੁਝ ਵੀ ਨਹੀਂ ਕਰਨ ਦਿੰਦੀ। ਨਾ ਬਾਣੀ ਪੜ੍ਹਨ ਦਿੰਦੀ ਹੈ, ਨਾ ਸੇਵਾ ਕਰਨ ਦਿੰਦੀ ਹੈ, ਨਾ ਨਾਮ ਜਪਣ ਦਿੰਦੀ ਹੈ, ਨਾ ਪਾਠ ਸੁਣਨ ਦਿੰਦੀ ਹੈ, ਨਾ ਕੀਰਤਨ ਸੁਣਨ ਦਿੰਦੀ ਹੈ, ਨਾ ਕਥਾ ਸੁਣਨ ਦਿੰਦੀ ਹੈ। ਇਹ ਕੁਝ ਵੀ ਨਹੀਂ ਕਰਨ ਦਿੰਦੀ। ਕਿਉਂ? ਇਹਨੂੰ ਕੀ ਤਕਲੀਫ ਹੈ? ਜਦੋਂ ਮਨੁੱਖ ਦੇ ਅੰਦਰ ਹਉਮੈ ਹੋਵੇ ਨਾ, ਉਹ ਫਿਰ ਇਹ ਸੋਚਦਾ ਹੈ ਕਿ ਮੈਨੂੰ ਸਾਰਾ ਕੁਝ ਪਤਾ ਹੈ, ਮੈਨੂੰ ਕੋਈ ਸੁਣਨ ਦੀ ਲੋੜ ਹੀ ਨਹੀਂ ਹੈ। ਨਾ ਮੈਨੂੰ ਪਾਠ ਕਰਨ ਦੀ ਲੋੜ ਹੈ, ਨਾ ਮੈਨੂੰ ਕੀਰਤਨ ਕਰਨ ਦੀ ਲੋੜ ਹੈ, ਨਾ ਮੈਨੂੰ ਕਥਾ ਕਰਨ ਦੀ ਲੋੜ ਹੈ, ਨਾ ਮੈਨੂੰ ਨਾਮ ਜਪਣ ਦੀ ਲੋੜ ਹੈ, ਨਾ ਮੈਨੂੰ ਸੇਵਾ ਕਰਨ ਦੀ ਲੋੜ ਹੈ। ਮੇਰੇ ਕੋਲ ਕੀ ਨਹੀਂ ਹੈ? ਸਾਨੂੰ ਇਸ ਨੇ ਮਾਰਿਆ। ਜਦੋਂ ਵੀ ਗੁਰੂ ਘਰ ਦੇ ਵਿੱਚ ਆਉਣਾ ਹੈ ਨਾ, ਇਸ ਤਰ੍ਹਾਂ ਆਉਣਾ ਹੈ ਕਿ ਭਾਂਡਾ ਧੋਏ ਬੈਸ ਧੂਪ ਦੇਵੋ, ਤੋ ਦੁੱਧ ਕੋ ਜਾਵੋ, ਤੋ ਦੁੱਧ ਕੋ ਜਾਵੋ। ਭਾਂਡੇ ਨੂੰ ਐਨ ਚੰਗੀ ਤਰ੍ਹਾਂ ਧੋ ਕੇ ਸਾਫ਼ ਕਰਕੇ ਤਾਂ ਦੁੱਧ ਲੈਣ ਜਾਓ। ਆਪਣੇ ਹਿਰਦੇ ਨੂੰ ਐਨ ਸੁੱਧ ਕਰਕੇ ਤਾਂ ਗੁਰੂ ਘਰ ਵਿੱਚ ਆਓ। ਕਿਉਂਕਿ ਅਸੀਂ ਗੁਰੂ ਤੋਂ ਅੰਮ੍ਰਿਤ ਬਚਨ ਰੂਪੀ ਦੁੱਧ ਹਾਸਲ ਕਰਨਾ ਹੈ। ਇਸ ਕਰਕੇ ਜੇ ਭਾਂਡਾ ਹੀ ਖਰਾਬ ਹੋਇਆ ਤਾਂ ਸੁਣਿਆ ਹੋਇਆ ਸਾਰਾ, ਲਿਆ ਹੋਇਆ ਦੁੱਧ ਸਾਰਾ ਹੀ ਵਿਗੜ ਜਾਏ।
हे प्रभु जी तेरा रंग राते सहज सुभाए। ਉਹ ਜਿਹੜੇ ਵੱਡੇ ਭਾਗਾਂ ਵਾਲੇ ਗੁਰਮੁਖ ਜਨ ਹਨ, ਜਿਹੜੇ ਸਤਿਗੁਰੂ ਜੀ ਨੂੰ ਸੇਵਦੇ ਹਨ, ਜਿਨ੍ਹਾਂ ਦੀ ਲਿਵ ਗੁਰੂ ਦੇ ਸ਼ਬਦ ਵਿੱਚ ਲੱਗੀ ਹੋਈ ਹੈ, ਜਿਨ੍ਹਾਂ ਨੇ ਹਉਮੈ ਮਾਰ ਲਈ ਹੈ, ਉਹਨਾਂ ਨੇ ਉਹ ਤਾਂ हे ਪ੍ਰਭੂ ਜੀ ਤੇਰੇ ਰੰਗ ਵਿੱਚ ਰੰਗੇ ਹੋਏ ਹੁੰਦੇ ਹਨ। ਤੇਰੇ ਰੰਗ ਵਿੱਚ ਤੇਰਾ ਹੀ ਰੰਗ ਚੜਿਆ ਹੋਇਆ ਉਹਨਾਂ ਤੇ। ਬਾਣੀ ਦਾ ਰੰਗ ਚੜ ਗਿਆ, ਤੇਰੇ ਬਾਣੀ ਦਾ ਰੰਗ ਚੜ ਗਿਆ। ਜਿਹੜਾ ਤੇਰਾ ਰੰਗ ਹੈ ਉਹ ਹੀ ਰੰਗ ਉਹਨਾਂ ਦਾ ਹੋ ਗਿਆ। सहज सुभाव ही सुते सिद्ध ही। अचंचेत ही तो सुख दाता लह मिलाए। हे प्रभु जी तू सुखां दा दाता है, ਆਪਣੇ ਨਾਲ ਉਹਨਾਂ ਨੂੰ ਮਿਲਾ ਲੈਂਦਾ ਹੈ। ਉਹ ਵੀ ਆਤਮਿਕ ਸੁਖੀ ਬਣ ਗਏ। ਤੇਰੇ ਤੋਂ ਸੁਖ ਲੈ ਕੇ ਉਹ ਵੀ ਆਤਮਿਕ ਆਨੰਦੀ ਬਣ ਗਏ। ਇੱਕ ਤੇ ਦੂਜਾ ਨਹੀਂ ਕੋਏ, ਇੱਕ ਤੋਂ ਬਿਨਾ ਹੋਰ ਕੋਈ ਦੂਜਾ ਨਹੀਂ ਹੈ। ਇੱਕ ਪ੍ਰਮਾਤਮਾ ਤੋਂ ਬਿਨਾ ਕੋਈ ਹੋਰ ਦੂਜਾ ਪ੍ਰਮਾਤਮਾ ਨਹੀਂ ਹੈ। ਇੱਕੋ ਹੈ, ਇੱਕੋ ਹੈ ਭਾਈ, ਇੱਕੋ ਹੈ। ਇਸ ਗੱਲ ਨੂੰ ਸਤਿਗੁਰੂ ਜੀ ਬਾਰ-ਬਾਰ ਦ੍ਰਿੜ ਕਰਾ ਰਹੇ ਹਨ ਸਾਨੂੰ ਕਿ ਰੱਬ ਇੱਕ ਹੈ। ਅਸੀਂ ਫੇਰ ਚੱਕਰ ਵਿੱਚ ਪੈ ਜਾਂਦੇ ਹਾਂ ਕਿਤੇ ਨਾ ਕਿਤੇ, ਸਾਨੂੰ ਫੇਰ ਭੁਲੇਖਾ ਪੈ ਜਾਂਦਾ ਹੈ ਕਿ ਸ਼ਾਇਦ ਰੱਬ ਹੋਰ ਵੀ ਹਨ। ਇੱਕ ਬੜਾ ਮਸ਼ਹੂਰ ਹੋਇਆ ਹੈ, ਕਹਿੰਦੇ ਬਲਾੜੇ ਵਾਲੇ ਰੱਬ ਹਨ, ਰੱਬਾਂ ਦਾ ਬਲਾੜਾ। ਉਹਨੂੰ ਬਾਬੇ ਨੂੰ ਹੀ ਲੋਕ ਰੱਬ ਕਹਿਣ ਲੱਗ ਪਏ। ਗਲਤ ਹੋ ਗਿਆ ਨਾ ਕੰਮ। ਇੱਕ ਪਾਸੇ ਤਾਂ ਅਸੀਂ ਕਹਿ ਰਹੇ ਹਾਂ ਏਕਸ ਤੇ ਦੂਜਾ ਨਹੀਂ ਕੋਏ, ਤੇ ਦੂਸਰੇ ਪਾਸੇ ਕਿਸੇ ਬੰਦੇ ਨੂੰ ਅਸੀਂ ਬਾਬਾ ਰੱਬ ਕਹਿਣ ਲੱਗ ਪਏ। ਗਲਤ ਹੋ ਗਿਆ। ਗੁਰਮੁਖ ਬੁਝੈ ਸੋਝੀ ਹੋਏ। ਭਾਈ ਇਹ ਜਿਹੜੀ ਗੱਲ ਹੈ, ਇਹ ਜਿਹੜਾ ਨੁਕਤਾ ਹੈ, ਕੋਈ ਗੁਰਮੁਖ ਮਨੁੱਖ, ਜਿਹੜਾ ਗੁਰਮੁਖ ਬੰਦਾ ਹੈ, ਗੁਰੂ ਦੁਆਰਾ, ਗੁਰੂ ਦੀ ਕਿਰਪਾ ਦੇ ਸਦਕਾ ਸਮਝ ਸਕਦਾ ਹੈ, ਬੁੱਝ ਸਕਦਾ ਹੈ, ਉਸ ਨੂੰ ਇਸ ਗੱਲ ਦੀ ਸੋਝੀ ਹੈ। ਨਹੀਂ ਤਾਂ 99.9% ਲੋਕ ਇਸੇ ਹੀ ਚੱਕਰ ਵਿੱਚ ਉਲਝੇ ਹੋਏ ਹਨ। ਕੋਈ ਕਿਤੇ ਨੂੰ ਤੁਰਿਆ ਹੋਇਆ ਹੈ, ਕੋਈ ਕਿਤੇ ਨੂੰ ਤੁਰਿਆ ਹੋਇਆ ਹੈ, ਕੋਈ ਕਿਸੇ ਪਾਸੇ ਤੁਰਿਆ ਹੋਇਆ ਹੈ, ਕੋਈ ਕਿਸੇ ਪਾਸੇ ਤੁਰਿਆ ਹੋਇਆ ਹੈ। ਦਰ ਦੀ ਦੁਰ ਹੋ ਰਹੀ ਹੈ। ਦਰ ਤੇ ਧੱਕੇ ਖਾਂਦੇ ਫਿਰਦੇ। ਗੁਰੂ ਜੀ ਨੇ ਤਾਂ ਹੋਰ ਢੰਗ ਨਾਲ ਕਿਹਾ ਹੈ, ਕਹਿੰਦੇ ਦੁਆਰੇ ਦੁਆਰ ਸੁਆਨ ਜਿਉ ਡੋਲਤ। ਕਹਿੰਦੇ ਜਿਵੇਂ ਕੁੱਤਾ ਦਰ ਤੇ ਭਟਕਦਾ ਫਿਰਦਾ ਹੈ ਨਾ, ਬੰਦੇ ਦੀ ਹਾਲਤ ਇਹੋ ਜਿਹੀ ਹੋਈ ਹੈ, ਦਰ ਤੇ ਭਟਕਦਾ ਫਿਰਦਾ। ਬੁੱਲੇ ਸਾਹਿਬ ਕਹਿੰਦਾ ਇੱਕ ਦਰ ਦਾ ਤੂੰ ਹੋ ਜਾ,
ਤੂੰ ਇੱਕ ਦਰ ਦਾ ਹੋ ਜਾ ਨਾ। ਨਾਲੇ ਤੂੰ ਕਹੀ ਜਾਂਦਾ ਹੈ ਉੱਚਾ ਦਰ ਬਾਬੇ ਨਾਨਕ ਦਾ, ਤੇ ਫੇਰ ਹੋਰ ਪਾਸੇ ਜਾਈ ਜਾਂਦਾ। ਇੱਕ ਦਰ ਦਾ ਤੂੰ ਹੋ ਜਾ। ਇਹ ਗੱਲ ਗੁਰੂ ਅਮਰਦਾਸ ਜੀ ਮਹਾਰਾਜ ਜੀ ਨੇ ਸਾਨੂੰ ਹੁਣ ਸਮਝਾਈ ਹੈ। ਲੋ ਹੁਣ ਅੱਗੇ ਸਰਵਣ ਕਰੋ। ਕਹਿੰਦੇ ਹਨ 15 ਤਿਥੀ ਤੈ 7 ਵਾਰ। ਇਹ ਬਾਣੀ ਕਲੋਜ਼ ਹੋਣ ਲੱਗੀ ਹੈ, ਇਹ ਬਾਣੀ ਹੁਣ ਸਮਾਪਤ ਹੋਣ ਲੱਗੀ ਹੈ। ਸਮਾਪਤੀ ਦੇ ਸ਼ਬਦ ਹਨ ਇਹ। ਵਾਰ 7 ਬਾਣੀ ਜਿਹੜੀ ਗੁਰੂ ਅਮਰਦਾਸ ਜੀ ਬਿਲਾਵਲ ਰਾਗ ਦੇ ਵਿੱਚ ਉਚਾਰਨ ਕੀਤੀ ਹੋਈ ਹੈ, ਉਹਦੀ ਸਮਾਪਤੀ ਦੇ ਇਹ ਬੋਲ ਹਨ। ਕਹਿੰਦੇ ਜੀ ਦੇਖੋ 15 ਤਿੱਥਾਂ ਹਨ ਜਿਹੜੀਆਂ ਹੁਣ ਪੜ੍ਹ ਕੇ ਅਸੀਂ ਪਿੱਛੇ ਹਟੇ ਹਾਂ ਕਈ ਦਿਨ। ਏਕਮ, ਦੂਜ, ਤੀਜ, ਚੌਥ, ਪੰਚਮੀ, ਛਠ, ਸਤਿਓਂ, ਅਠਿਓਂ, ਨੌਵੀਂ, ਦਸਵੀਂ, ਇਕਾਦਸ਼ੀ, ਦੁਆਦਸ਼ੀ, ਤਰੋਦਸ਼ੀ, ਚੌਦਸ, ਪੂਰਨਮਾਸੀ ਜਾਂ ਮੱਸਿਆ। ਹੋ ਗਈਆਂ ਨਾ 15 ਹੋ ਗਈਆਂ। 15 ਤਿਥੀ ਤੈ 7 ਵਾਰ ਅਤੇ 7 ਵਾਰ ਹਨ ਜਿਹੜੇ ਹੁਣ ਅਸੀਂ ਪੜ੍ਹੇ ਹਨ। ਐਤਵਾਰ, ਸੋਮਵਾਰ, ਮੰਗਲਵਾਰ, ਬੁੱਧਵਾਰ, ਵੀਰਵਾਰ, ਸ਼ੁੱਕਰਵਾਰ, ਸ਼ਨੀਚਰਵਾਰ। ਇੱਥੇ ਹੀ ਕਹਾਣੀ ਖਤਮ ਨਹੀਂ ਹੋਈ। ਮਹਾਰੁੱਤੀ ਆਵੇਂ ਵਾਰ ਵਾਰ ਮਹੀਨੇ ਆਉਂਦੇ ਹਨ। ਚੇਤ, ਵਿਸਾਖ, ਜੇਠ, ਹਾੜ, ਸੌਣ, ਭਾਦੋਂ, ਅੱਸੂ, ਕੱਤਕ, ਮੰਗਰ, ਪੋਹ, ਮਾਘ, ਫੱਗਣ। 12 ਇਹ ਹੋ ਗਏ। 15 ਤਿਥੀਆਂ ਹੋ ਗਈਆਂ। ਹਫ਼ਤੇ ਦੇ 7 ਦਿਨ ਹੋ ਗਏ। ਸਾਲ ਦੇ 12 ਮਹੀਨੇ ਹੋ ਗਏ ਤੇ 6 ਵੱਡੀਆਂ ਰੁੱਤਾਂ ਹੋ ਗਈਆਂ। ਉਂਝ ਤਾਂ ਅਸੀਂ ਮੋਟੀਆਂ ਮੋਟੀਆਂ 4 ਕਹਿੰਦੇ ਹਾਂ ਬਈ, ਗਰਮੀ ਹੈ, ਸਰਦੀ ਹੈ, ਬਰਸਾਤ ਹੈ ਤੇ ਪਤਝੜ ਹੈ। ਜੇ ਇਸ ਤੋਂ ਵੀ ਹੋਰ ਬਰੀਕੀ ਵਿੱਚ ਜਾਈਏ ਫਿਰ 6 ਹੁੰਦੀਆਂ ਹਨ। ਜੇ ਇਸ ਤੋਂ ਵੀ ਹੋਰ ਬਰੀਕੀ ਵਿੱਚ ਜਾਈਏ ਤਾਂ 12 ਰਾਸ਼ੀਆਂ ਹਨ। 12 ਰਾਸ਼ੀਆਂ। ਜੇ ਇਸ ਤੋਂ ਵੀ ਹੋਰ ਬਰੀਕੀ ਵਿੱਚ ਜਾਈਏ, ਰੋਜ਼ ਰੁੱਤ ਬਦਲਦੀ ਹੈ। ਕੱਲ ਕਿਹੋ ਜਿਹੀ ਗਰਮੀ ਪੈ ਰਹੀ ਸੀ, ਅੱਜ ਬੂੰਦਾਬਾਂਦੀ ਹੋ ਰਹੀ ਹੈ। ਘੰਟੇ ਤੱਕ ਭਾਵੇਂ ਫੇਰ ਸੂਰਜ ਨਿਕਲ ਜੇ। ਰੱਬ ਦੀਆਂ ਰੱਬ ਜਾਣੇ ਨਾ। ਰੁੱਤਾਂ ਅਨੇਕ ਹਨ ਤੇ ਫਿਰ ਦਿਨ ਅਤੇ ਰਾਤ ਹੈ। 15 ਤਿੱਥਾਂ ਹਨ, 7 ਦਿਨ ਹਨ, 12 ਮਹੀਨੇ ਹਨ, 12 ਰੁੱਤਾਂ ਹਨ, ਦਿਨ ਅਤੇ ਰਾਤ ਹੈ। ਸਾਡੀ ਜ਼ਿੰਦਗੀ ਦੇ ਵਿੱਚ ਕਿੰਨੀਆਂ ਪੂਰਨਮਾਸੀਆਂ ਆ ਚੁੱਕੀਆਂ ਹਨ ਜਿਹੜੀਆਂ ਅਸੀਂ ਮਨਾ ਕੇ ਥੱਕ ਗਏ। ਕਿੰਨੀਆਂ ਮੱਸਿਆਵਾਂ ਆ ਗਈਆਂ, ਕਿੰਨੀਆਂ ਹੀ ਸਕਰਾਂਤਾਂ ਅਸੀਂ ਦੇਖ ਲਈਆਂ। ਕਿੰਨੇ ਐਤਵਾਰ ਅਸੀਂ ਦੇਖ ਲਏ, ਕਿੰਨੇ ਦਿਨ ਦੇਖ ਲਏ ਤੇ ਕਿੰਨੀਆਂ ਰਾਤਾਂ ਦੇਖ ਲਈਆਂ। ਇਹ ਨਹੀਂ ਮੁੱਕੀਆਂ। ਅਸੀਂ ਮੁੱਕ ਜਾਣਾ ਹੈ। ਇਹ ਤਾਂ ਸਿਲਸਿਲਾ ਇਸੇ ਤਰ੍ਹਾਂ ਹੀ ਚੱਲਦਾ ਰਹੇਗਾ। ਤਿੱਥਾਂ ਵੀ ਆਉਂਦੀਆਂ ਰਹਿਣੀਆਂ ਹਨ, ਸੋਮਵਾਰ ਮੰਗਲਵਾਰ ਵੀ ਆਉਂਦੇ ਰਹਿਣੇ ਹਨ, ਚੇਤ ਅਤੇ ਸੌਣ ਭਾਦੋਂ ਵੀ ਆਉਂਦੇ ਰਹਿਣੇ ਹਨ, ਸਰਦੀਆਂ ਤੇ ਗਰਮੀਆਂ ਵੀ ਆਉਂਦੀਆਂ ਰਹਿਣੀਆਂ ਹਨ,
दिन ਅਤੇ रात भी आउंदे रहने हैं। इस तरह ही संसार भी इस तरह ही है। संसार भी इस तरह ही है। कई बार पसरे पसारा, पता नहीं किन्नी क बारी ये संसार बनया ते किन्नी क बारी ये संसार तबाह होया, इसका कोई पता नहीं। उंज असीं बाणी रोज पढ़ते हाँ, जब उद करख करा कर तारा, प्रजा धरत तब देह अपारा, जब आकर्ख करत हूँ कब हूँ, तुम मैं मिलत देह दर्शन। संसार इस तरह। आवा गौण किया करतार, करतार ने, करता पुरख ने ये आवा गौण बनाया हुआ है। आ गए चले गए, आ गए चले गए, आ गए चले गए, आ गए चले गए। पूर्णमासियां आ गईयां चलियां गईयां, मस्सियां आ गईयां चलियां गईयां, सोमवार आ गए चले गए, ऐतवार आ गए चले गए, महीने आ गए ते चले गए। जेठ का महीना आ गया वह भी लंघ गया, हाड़ का महीना आ गया वह भी लंघ गया, ते रुत्तां भी इस तरह लंघदियां जा रही हैं। रोज दिन लंघ रहे हैं, रोज रातां लंघ रही हैं। संसार का यह आवागमन इस तरह चल रहा है। ते इत्थे जीव आउंदे हैं ते चले जाते हैं, आउंदे ते चले जाते हैं। एक खेल बनाया, आग्याकारी कीनी माया। ये तो अकाल पुरख वाहिगुरू जी ने एक खेल बनाया हुआ है। ये जिहड़ी माया है ना, ये आग्याकारी है, परमात्मा की आग्या दे विच चल रही है। चंद्रमा भी परमात्मा की आग्या विच चल रहा है, सूरज भी परमात्मा की आग्या विच चल रहा है। इत्थों तक गुरबाणी ने कह दिता, किते बंग के बंगाली फरहंग के फरंगा वाली, दिल्ली के दिल वाली तेरी आज्ञा में चलत है। तेरी आज्ञा में चल रहे हैं सारे। हवा भी तेरी आज्ञा में चल रही है, पानी भी तेरी आज्ञा में है, धरती भी तेरी आज्ञा में है, आकाश भी तेरी आज्ञा में है, सारा संसार तेरी आज्ञा में है। सागर समग्री तुमरे सूत्रधारी, तुम ते होए सो आज्ञाकारी, तुमरी गात मित तुम ही जाने, नानक दास सदा को। गल्लां स्पष्ट लिखियां हुई हैं, कोई रौला ही नहीं, बस पढ़न की लोड़ है। सतगुरु सच्चे पातशाह जी ने साडे लई ऐन परोस के थाल रखिया होया है, वह खाण दी देर है। चमचा चुको तो खाना शुरू कर दो। ऐन थाल परोस के रखिया होया है, परोस के ऐन मूहरे रखिया होया है। खाण दी ढिल है माड़ी जी, किथे है थाल? जदों परोसिया होया थाल साडे अखां दे सामने आ जाए, साडे मूँह दे विचों लालां डिग पैंदियां हन। पर गुरु जी कह रहे हैं, थाल विच तीन वस्तु पईओ, सत संतोख विचारो, अमृत नाम ठाकुर का कहो, जिसका सबसे आधारो, जे को खावे जे को पुंछे तिसका हो। ए वास्त तजी न जाई, नित नित रख उरतारो। स्पष्ट तां गल्लां हन, सीधियां गल्लां हन। थाल परोसिया पिया है, आओ छकिए, खावो खर्चो, रल मिल भाई। आवे तोट ना बद दो जाई। असीं किन्ने सालां तो इस थाल दे विचों भोजन छक रहे हाँ नाम दा। ये नाम दा जिहड़ा भोजन है इस थाल दे विचों मुक्या नहीं, सगों होर वधदा जा रहा है, होर वधदा जा रहा है, होर वधदा जा रहा है।
ते जे को खावे जे को पुंछे तिसका होए उधारो। भई इस थाल दे विचों जेड़ा कोई खावेगा पुंछेगा तिसदा उधार हो जाएगा, कल्याण हो जाएगा। गल चल रही सी आवा गौण किया करता। प्रभु जी ने ये आवा गौण बनाया होया है। तिथां आउंदियां हन, दिन आउंदे हन, कई बारी पूर्णमासियां कई बारी मस्यावां आ लईयां आंदियां रहणगियां ते इसे तरह दिन भी आउंदे रहणगे, महीने भी आउंदे रहणगे, रुत्तां भी आउंदियां रहणगियां, दिन अते रात भी आउंदे रहणगे। आवा गवण किया करता। संसार भी इसे तरह ही है। संसार भी आवन जान है। फिर इत्थे पक्का कौन है? परमानेंटली कौन है इत्थे? एक बड़ा सवाल है, कोई भी नहीं, कोई नहीं इत्थे। को नानक थिर किछ नहीं, सुपने ज्यों संसार। ऐसे थिर कोई भी नहीं है, परमानेंटली कोई भी नहीं है। ना धुप रहनी, ना छां बंदिया, ना प्यो रहना, ना मां बंदी। कुछ नहीं, सब ने चले जाओ, बारी आपो अपने, सब ने चले जाओ। फिर है कौन इत्थे? निश्चल साच रहा कल धार। निश्चल कौन है? सच, परमात्मा। परमात्मा सच है, परमात्मा निश्चल है, परमात्मा कायम दायम है, सदा पातशाही। वो हमेशा ही कायम है। तिथां आउण जां ना आउण, ऐतवार आउण जां ना आउण, महीने आउण जां ना आउण, रुत्तां आउण जां ना आउण, दिन आउण जां ना आउण, परंतु परमात्मा फिर भी होएगा, फिर भी है, वो हमेशा है। निश्चल साच रहा कल धार, नानक गुरमुख बूझै को शब्द विचार। ये ਜਿਹੜੀਆਂ ਸਾਰੀਆਂ ਗੱਲਾਂ ਹਨ ਸਾਨੂੰ ਕਿੱਥੋਂ ਪਤਾ ਲੱਗੀਆਂ ਹਨ? ਇੰਨੀਆਂ ਗੁਰਬਾਣੀ ਵਿੱਚੋਂ ਲੱਗੀਆਂ ਹਨ ਪਤਾ, ਗੁਰੂ ਰਾਹੀਂ। ਗੁਰੂ ਗ੍ਰੰਥ ਸਾਹਿਬ ਜੀ ਨੇ ਸਾਨੂੰ ਦੱਸਿਆ ਹੈ। ਸਾਰੀ ਜਿੰਨੀ ਨੌਲੇਜ ਆਪਾਂ ਹੁਣ ਗੱਲਾਂ ਕਰ ਰਹੇ ਹਾਂ, ਇਹ ਸਾਨੂੰ ਕਿੱਥੇ ਪਤਾ ਉੱਲੂਆਂ ਨੂੰ? ਅਸੀਂ ਤਾਂ ਬਿੱਜੂ ਹਾਂ, ਸਾਨੂੰ ਇੰਨੀ ਅਕਲ ਕਿੱਥੇ? ਇਹ ਸਾਰਾ ਗਿਆਨ ਸਾਨੂੰ ਸਤਿਗੁਰੂ ਜੀ ਨੇ ਦੱਸਿਆ। ਸਤਿਗੁਰੂ ਜੀ ਨੇ ਤਾਂ ਦੱਸਿਆ ਹੈ ਜੇ ਸ਼ਬਦ ਦੀ ਵਿਚਾਰ ਕੀਤੀ ਹੈ। ਜੇ ਗੁਰੂ ਗ੍ਰੰਥ ਸਾਹਿਬ ਜੀ ਨੂੰ ਰਮਾਲੇ ਵਿੱਚ ਲਪੇਟ ਕੇ ਅਸੀਂ ਸੁਖਾਸਨ ਰੋਮ ਦੇ ਵਿੱਚ ਰੱਖ ਰੱਖੀਏ, ਫਿਰ ਕਿਹਨੇ ਦੱਸਣਾ ਹੈ? ਭਾਵੇਂ ਉੱਥੇ ਏਸੀ ਲਾਈ ਜਾਓ, ਭਾਵੇਂ ਉੱਥੇ ਪੱਖਾ ਲਾ ਲਓ, ਭਾਵੇਂ ਉੱਥੇ ਹੀਟਰ ਲਾ ਲਓ, ਭਾਵੇਂ ਵਧੀਆ ਵਧੀਆ ਲੱਖ ਲੱਖ ਦੇ ਰਮਾਲੇ ਚੜਾ ਲਓ, ਫਿਰ ਤਾਂ ਕੁਛ ਨਹੀਂ ਬਣੇਗਾ। ਕਿਸੇ ਵੀ ਗ੍ਰੰਥ ਦੀ ਜਿਹੜੀ ਵੈਲਿਊ ਹੈ, ਕਿਸੇ ਵੀ ਗ੍ਰੰਥ ਦਾ ਜਿਹੜਾ ਅਦਬ ਹੈ, ਕਿਸੇ ਵੀ ਗ੍ਰੰਥ ਦਾ ਜਿਹੜਾ ਸਤਿਕਾਰ ਹੈ, ਉਸ ਨੂੰ ਪੜ੍ਹਨਾ ਅਤੇ ਅਮਲ ਕਰਨਾ ਹੈ। ਜੇ ਕੋਈ ਗ੍ਰੰਥ ਪੜ੍ਹਿਆ ਨਹੀਂ ਜਾ ਰਿਹਾ ਤਾਂ ਸਮਝ ਲਓ ਉਸ ਦੀ ਬੇਇੱਜ਼ਤੀ ਹੈ। ਉਸ ਗ੍ਰੰਥ ਦੀ ਬੇਅਦਬੀ ਹੋ ਰਹੀ ਹੈ।
ਭਾਵੇਂ ਅਸੀਂ ਉਸ ਨੂੰ ਧੂਫ ਦੇ ਦੇ ਕੇ ਰੱਖ ਰਹੇ ਹਾਂ, ਸੰਟਾਂ ਛਿੜਕ ਛਿੜਕ ਕੇ ਰੱਖ ਰਹੇ ਹਾਂ, ਰਮਾਲੇ ਲਾ ਲਾ ਕੇ ਰੱਖ ਰਹੇ ਹਾਂ, ਜੇ ਉਸ ਗ੍ਰੰਥ ਨੂੰ ਅਸੀਂ ਪੜ੍ਹ ਨਹੀਂ ਰਹੇ, ਵਿਚਾਰ ਨਹੀਂ ਰਹੇ, ਤਾਂ ਸਭ ਤੋਂ ਵੱਡੀ ਜਿਹੜੀ ਬੇਅਦਬੀ ਹੈ ਉਹ ਅਸੀਂ ਕਰ ਰਹੇ ਹਾਂ। ਕਿਉਂਕਿ ਗ੍ਰੰਥ ਦਾ ਸੰਬੰਧ ਪੜ੍ਹਨ ਨਾਲ ਹੀ ਹੁੰਦਾ ਹੈ, ਪੜ੍ਹਨ ਨਾਲ ਹੀ। ਤੋ ਗੁਰੂ ਪਿਆਰੀ ਸਾਧ ਸੰਗਤ ਜੀਓ, ਸਤਿਗੁਰੂ ਸੱਚੇ ਪਾਤਸ਼ਾਹ ਜੀ ਨੇ ਸਾਨੂੰ ਦੇਖੋ ਕਿੰਨੇ ਵਧੀਆ ਢੰਗ ਦੇ ਨਾਲ ਮਹੀਨਿਆਂ ਦੇ ਹਿਸਾਬ ਦੇ ਨਾਲ ਵੀ ਉਪਦੇਸ਼ ਦਿੱਤਾ ਹੈ, ਤਿਥਾਂ ਦੇ ਹਿਸਾਬ ਨਾਲ ਵੀ ਉਪਦੇਸ਼ ਦਿੱਤਾ ਹੈ, ਦਿਨਾਂ ਦੇ ਹਿਸਾਬ ਦੇ ਨਾਲ ਵੀ ਉਪਦੇਸ਼ ਦਿੱਤਾ ਹੈ। ਗੁਰੂ ਜੀ ਵੱਲੋਂ ਕੋਈ ਕਸਰ ਨਹੀਂ ਹੈ। ਕਮੀ ਸਾਡੇ ਵਿੱਚ ਹੈ। ਜੇ ਅਸੀਂ ਆਪਣੀ ਕਮੀ ਦੂਰ ਕਰ ਲਈਏ ਤਾਂ ਸਾਡਾ ਸਾਰਿਆਂ ਦਾ ਕਲਿਆਣ ਹੋ ਸਕਦਾ ਹੈ। ਸਾਡਾ ਵੀ ਕਲਿਆਣ ਹੋ ਸਕਦਾ ਹੈ, ਸਾਡੇ ਬੱਚਿਆਂ ਦਾ ਵੀ ਕਲਿਆਣ ਹੋ ਸਕਦਾ ਹੈ, ਸਾਡੇ ਸਾਰੇ ਸਮਾਜ ਦਾ ਕਲਿਆਣ ਹੋ ਸਕਦਾ ਹੈ। ਇੱਕ ਅੰਗਰੇਜ਼ ਨੇ ਲਿਖਿਆ ਹੈ, ਕਹਿੰਦੇ ਵੀ ਇੱਕ ਦਿਨ ਆਏਗਾ ਜਦੋਂ ਸਾਰੀ ਦੁਨੀਆ ਨਾ ਗੁਰੂ ਗ੍ਰੰਥ ਸਾਹਿਬ ਜੀ ਦੇ ਲੜ ਲੱਗੇਗੀ, ਕਿਉਂਕਿ ਇਹੋ ਜਿਹਾ ਉਪਦੇਸ਼ ਹੋਰ ਕਿਸੇ ਗ੍ਰੰਥ ਵਿੱਚ ਹੈ ਹੀ ਨਹੀਂ। ਜੇ ਸਾਰੇ ਸੰਸਾਰ ਦੇ ਵਿੱਚ ਸ਼ਾਂਤੀ ਕਾਇਮ ਕਰਨੀ ਹੈ, ਅਖੰਡ ਵਰਲਡ ਕਾਇਮ ਕਰਨਾ ਹੈ, ਤਾਂ ਕੇਵਲ ਤੇ ਕੇਵਲ ਗੁਰੂ ਗ੍ਰੰਥ ਸਾਹਿਬ ਹੈ ਜਿਹੜਾ ਸਰਬੱਤ ਦਾ ਭਲਾ ਮੰਗਦਾ ਹੈ। ਨਹੀਂ ਤਾਂ ਸਾਰੇ ਆਪਣੇ ਆਪ ਨੂੰ ਵਧੀਆ ਸਮਝਦੇ, ਉਹਨਾਂ ਦੇ ਪਿੱਛੇ ਲੱਗ ਕੇ ਅਸੀਂ ਵੀ ਕਹਿ ਦਿੰਦੇ ਹਾਂ ਵੀ ਸਿੱਖ ਹੀ ਵਧੀਆ ਹਨ, ਹਿੰਦੂ ਕਹਿੰਦੇ ਅਸੀਂ ਵਧੀਆ ਹਨ, ਮੁਸਲਮਾਨ ਕਹਿੰਦੇ ਅਸੀਂ ਚੰਗੇ ਹਾਂ, ਸਾਰੇ ਕਹਿ ਰਹੇ ਨੇ ਅਸੀਂ ਵਧੀਆ ਹਾਂ। ਫਿਰ ਘਟੀਆ ਕੌਣ ਹੈ? ਲੜਾਈ ਕਿਉਂ ਹੋ ਰਹੀ ਹੈ? ਇੱਕ ਦੂਸਰੇ ਦੇ ਬੈਰੀ ਕਿਉਂ ਬਣ ਗਏ? ਜਦੋਂ ਗੁਰਬਾਣੀ ਸਾਨੂੰ ਕਹਿ ਰਹੀ ਹੈ ਕਿ ਏਕ ਪਿਤਾ ਏਕ ਸਕੇ ਹਮ ਪਰ, ਅਬਲ ਅੱਲਾਹ ਨੂਰ ਉਪਾਇਆ ਕੁਦਰਤ ਕੇ ਸਭ ਬੰਦੇ, ਇਹ ਬਾਣੀ ਨੇ ਹੀ ਕਿਹਾ ਹੋਇਆ ਹੈ। ਨਾ ਕੋ ਬੈਰੀ ਨਾ ਹੈ ਬਗਾਨਾ, ਸਗਲ ਸੰਗ ਹਮਕੋ ਬਣਾਈ। ਕਿੰਨਾ ਸੋਹਣਾ ਉਪਦੇਸ਼ ਹੈ, ਪਰ ਇਸ ਨੂੰ ਮੰਨੇਗਾ ਕੌਣ? ਕਿ ਆਪਾਂ ਨੇ ਪੜ੍ਹ ਪੜ੍ਹ ਕੇ ਗੱਡੇ ਲੱਦੀ ਜਾਣੇ ਹਨ। ਜ਼ਰੂਰਤ ਹੈ ਅੱਜ ਗੁਰਬਾਣੀ ਦੇ ਨਾਲ ਜੁੜਨ ਦੀ, ਗੁਰਬਾਣੀ ਨੂੰ ਵਿਚਾਰਨ ਦੀ, ਤੇ ਗੁਰਬਾਣੀ ਨੂੰ ਸਮਝਣ ਦੀ, ਤੇ ਗੁਰਬਾਣੀ ਤੇ ਅਮਲ ਕਰਨ ਦੀ। ਜੇ ਅਸੀਂ ਅਮਲ ਕਰ ਲਈਏ ਤਾਂ ਸਾਡਾ ਸਾਰਿਆਂ ਦਾ ਭਲਾ ਹੀ ਭਲਾ, ਸਰਬੱਤ ਦਾ ਭਲਾ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ।